ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਪੰਜਾਬ ਗਵਰਨਮੈਂਟ ਜੌਬਸ ਦੇ ਅੰਡਰ ਅੱਜ ਅਸੀਂ ਡਿਸਕਸ ਕਰਾਂਗੇ ਐਕਸਾਈਜ਼ ਟੈਕਸੇਸ਼ਨ ਇੰਸਪੈਕਟਰ ਬਾਰੇ। ਇਹ ਜਿਹੜਾ ਡਿਪਾਰਟਮੈਂਟ ਹੈ ਐਕਸਾਈਜ਼ ਐਂਡ ਟੈਕਸੇਸ਼ਨ ਦਾ, ਇਹ ਪੰਜਾਬ ਸਰਕਾਰ ਦੇ ਅੰਡਰ ਆਉਂਦਾ ਹੈ ਤੇ ਇਸ ਦੀ ਮੇਜਰ ਜਿਹੜੀ ਜੌਬ ਰਿਸਪੌਂਸਿਬਿਲਿਟੀ ਹੈ ਇਸ ਡਿਪਾਰਟਮੈਂਟ ਦੀ, ਉਹ ਹੈ ਕਲੈਕਸ਼ਨ ਆਫ ਐਨੀ ਕਾਈਂਡ ਆਫ ਇਨਡਾਇਰੈਕਟ ਟੈਕਸ। ਐਕਸਾਈਜ਼ ਟੈਕਸ ਵੀ ਇਹਦੇ ਅੰਡਰ ਆ ਜਾਂਦਾ ਹੈ। ਸੋ ਸਭ ਤੋਂ ਪਹਿਲਾਂ ਤਾਂ ਜਿਹੜੀ ਵੀ ਲਿਕਰ ਕੰਜ਼ਿਊਮ ਹੋ ਰਹੀ ਹੈ, ਹਿਊਮਨ ਕੰਜ਼ੰਪਸ਼ਨ ਦੀ ਜਿਹੜੀ ਲਿਕਰ ਯੂਜ਼ ਹੋ ਰਹੀ ਹੈ, ਉਸ ਉੱਤੇ ਸਰਕਾਰ ਟੈਕਸ ਲੈਂਦੀ ਹੈ। ਇਸ ਡਿਪਾਰਟਮੈਂਟ ਦੀ ਰਿਸਪੌਂਸਿਬਿਲਿਟੀ ਕੀ ਹੈ ਕਿ ਉਹ ਟੈਕਸ ਦੀ ਪੂਰੀ ਕਲੈਕਸ਼ਨ ਕਰਨਾ ਪੂਰੇ ਪੰਜਾਬ ਦੇ ਵਿੱਚੋਂ ਐਂਡ ਸਰਕਾਰ ਨੂੰ ਦੇਣਾ। ਇਸ ਤੋਂ ਇਲਾਵਾ ਕੋਈ ਵੀ ਜਿਹੜੀ ਲਾਇਸੈਂਸ ਫੀ ਹੈ, ਜਿਵੇਂ ਲੋਕ ਲਾਇਸੈਂਸ ਲੈਂਦੇ ਹਨ ਐਲਕੋਹਲ ਸਰਵ ਕਰਨ ਦੀ, ਉਸ ਦੀ ਫੀਸ ਹੋ ਗਈ, ਐਕਸਪੋਰਟ ਫੀਸ ਹੋ ਗਈ, ਇੰਪੋਰਟ ਫੀਸ ਹੋ ਗਈ, ਲਿਕਰ ਪਲੱਸ ਹੋਰ ਵੀ ਕੋਈ ਇੰਟੌਕਸੀਕੈਂਟ ਜਿਹੜੇ ਵੀ ਨਸ਼ੀਲੇ ਪਦਾਰਥ ਲੀਗਲ ਹਨ ਸਟੇਟ ਵਿੱਚ, ਉਹ ਕਲੈਕਟ ਕਰਨਾ ਵੀ ਇਸੇ ਡਿਪਾਰਟਮੈਂਟ ਦੀ ਰਿਸਪੌਂਸਿਬਿਲਿਟੀ ਹੈ। ਪਲੱਸ ਕੋਈ ਵੀ ਮੈਨੂਫੈਕਚਰਿੰਗ ਹੋ ਰਹੀ ਹੈ ਸਟੇਟ ਵਿੱਚ, ਕੋਈ ਪ੍ਰੋਡਕਸ਼ਨ ਹੋ ਰਹੀ ਹੈ, ਤੁਸੀਂ ਕਿਤੇ ਅੱਗੇ ਸਪਲਾਈ ਕਰਨਾ ਹੈ, ਡਿਸਟਰੀਬਿਊਸ਼ਨ ਕਰਨੀ ਹੈ, ਬਾਹਰੋਂ ਕਿਸੇ ਹੋਰ ਸਟੇਟ ਤੋਂ ਇੰਟੌਕਸੀਕੈਂਟਸ ਪੰਜਾਬ ਵਿੱਚ ਲਿਆਏ ਜਾ ਰਹੇ ਹਨ, ਜਾਂ ਪੰਜਾਬ ਤੋਂ ਜਿਹੜੇ ਵੀ ਮੈਨੂਫੈਕਚਰਿੰਗ ਹੋਈ ਹੈ ਉਹ ਅੱਗੇ ਕਿਸੇ ਹੋਰ ਸਟੇਟ ਵਿੱਚ ਤੁਸੀਂ ਪਹੁੰਚਾਣੀ ਹੈ, ਉਸ ਦੇ ਜਿਹੜੀ ਪੂਰੀ ਰਿਕਾਰਡ ਕੀਪਿੰਗ ਹੈ, ਰਜਿਸਟ੍ਰੇਸ਼ਨ ਹੈ ਕਿ ਕਿੱਧਰੋਂ ਕਿਹੜੀ ਚੀਜ਼ ਆ ਰਹੀ ਹੈ ਤੇ ਕਿੰਨੀ ਆ ਰਹੀ ਹੈ, ਕੁਆਂਟਿਟੀ ਵੀ ਉਹਦੀ, ਇਸ ਸਾਰੇ ਦੀ ਵੀ ਜਿਹੜੀ ਰਿਕਾਰਡ ਕੀਪਿੰਗ ਹੈ ਉਹ ਇਹ ਡਿਪਾਰਟਮੈਂਟ ਕਰਦਾ ਹੈ। ਪਲੱਸ ਪੰਜਾਬ ਐਕਸਾਈਜ਼ ਐਕਟ 1914 ਦੇ ਅੰਦਰ ਜਿਹੜੀਆਂ ਵੀ ਚੀਜ਼ਾਂ ਇਨਲੀਗਲ ਦੱਸੀਆਂ ਗਈਆਂ ਹਨ ਜਾਂ ਜਿਸ ਦੀ ਸਮਗਲਿੰਗ ਅਲਾਉਡ ਨਹੀਂ ਹੈ, ਉਸ ਚੀਜ਼ ਦੀ ਪੂਰੀ ਇਨਫੋਰਮੇਸ਼ਨ ਰੱਖਣੀ ਕਿ ਇਸ ਚੀਜ਼ ਦੀ ਕੋਈ ਵੀ ਹੇਰਾਫੇਰੀ ਨਹੀਂ ਹੋ ਰਹੀ, ਉਹ ਵੀ ਇਸ ਡਿਪਾਰਟਮੈਂਟ ਦਾ ਹੀ ਇੱਕ ਰਿਸਪੌਂਸਿਬਿਲਿਟੀ ਹੈ। ਪਲੱਸ ਕੋਈ ਵੀ ਰੂਲਸ ਐਂਡ ਰੈਗੂਲੇਸ਼ਨਸ ਬਣਾਉਣੀਆਂ ਮੈਨੂਫੈਕਚਰਿੰਗ ਤੋਂ ਰਿਲੇਟਿਡ, ਸਪਲਾਈ ਤੋਂ ਰਿਲੇਟਿਡ, ਡਿਸਟਰੀਬਿਊਸ਼ਨ ਤੋਂ ਰਿਲੇਟਿਡ, ਸਿਰਫ ਹਿਊਮਨ ਕੰਜ਼ੰਪਸ਼ਨ ਨਹੀਂ ਪਰ ਕਿਉਂਕਿ ਇੰਡਸਟਰੀਜ਼ ਤੇ ਮੈਡੀਸਿਨਲ ਪਰਪਸਿਸ ਵਿੱਚ ਦਵਾਈਆਂ ਬਣਾਉਣ 'ਚ ਵੀ ਐਲਕੋਹਲ ਤੇ ਇੰਟੌਕਸੀਕੈਂਟਸ ਦੀ ਲੋੜ ਪੈਂਦੀ ਹੈ, ਸੋ ਇਹ ਉੱਥੇ ਵੀ ਯੂਜ਼ ਹੁੰਦੇ ਹਨ। ਇਸ ਚੀਜ਼ ਦਾ ਵੀ ਪੂਰਾ ਇੱਕ ਰਿਕਾਰਡ ਰੱਖਣਾ ਕਿ ਇਹ ਸਾਰੀਆਂ ਚੀਜ਼ਾਂ ਇੱਕ ਤਾਂ ਜਿੰਨੀ ਪਰਮਿਸਿਬਲ ਲੈਵਲ ਹੈ ਉਸ ਟਾਈਪ ਨਾਲ ਹੀ ਇਹਦੀ ਡਿਸਟਰੀਬਿਊਸ਼ਨ ਹੋ ਰਹੀ ਹੈ, ਇਹ ਵੀ ਇਹ ਡਿਪਾਰਟਮੈਂਟ ਹੀ ਦੇਖਦਾ ਹੈ। ਸੋ ਜੇ ਤੁਸੀਂ ਐਕਸਾਈਜ਼ ਟੈਕਸੇਸ਼ਨ ਇੰਸਪੈਕਟਰ ਲੱਗ ਰਹੇ ਹੋ ਤੇ ਇਹਨਾਂ ਸਾਰੀਆਂ ਚੀਜ਼ਾਂ ਵਿੱਚ ਤੁਹਾਡਾ ਕੋਈ ਨਾ ਕੋਈ ਰੋਲ ਹੋਏਗਾ ਹੀ ਹੋਏਗਾ ਜੋ ਤੁਸੀਂ ਪਲੇ ਕਰਨਾ ਹੈ। ਹੁਣ ਜੇ ਤੁਸੀਂ ਇਹ ਐਗਜ਼ਾਮ ਕਲੀਅਰ ਕਰਕੇ ETI ਲੱਗਣਾ ਚਾਹੁੰਦੇ ਹੋ, ਇਸ ਲਈ ਅਸੀਂ ਵੇਖ ਲੈਂਦੇ ਹਾਂ ਕਿ ਸਿਲੈਕਸ਼ਨ ਪ੍ਰੋਸੀਜਰ ਕੀ ਹੈ, ਐਲੀਜੀਬਿਲਿਟੀ ਕੀ ਹੈ ਤੇ ਇਸ ਐਗਜ਼ਾਮ ਦਾ ਪੈਟਰਨ ਕੀ ਹੈ। ਸਭ ਤੋਂ ਪਹਿਲਾਂ ਇਹ ਗਰੁੱਪ C ਦੀ ਜੌਬ ਹੈ ETI ਦੀ, ਤੇ PSSSB ਇਹ ਜਿਹੜਾ ਇਹਦਾ ਐਗਜ਼ਾਮ ਹੈ ਉਹ ਕੰਡਕਟ ਕਰਾਉਂਦਾ ਹੈ। ਏਜ ਲਿਮਿਟ ਜੇ ਤੁਸੀਂ 18 ਇਅਰਸ ਟੂ 37 ਇਅਰਸ ਦੇ ਵਿੱਚ ਫਾਲ ਕਰਦੇ ਹੋ ਤਾਂ ਤੁਸੀਂ ਐਲੀਜੀਬਲ ਹੋ ਇਸ ਐਗਜ਼ਾਮ ਦੇ ਲਈ। ਨੈਕਸਟ ਇਸ ਦੀ ਕੁਆਲੀਫਿਕੇਸ਼ਨ ਕੀ ਹੈ। ਕੋਈ ਨਹੀਂ, ਤੁਹਾਡੇ ਕੋਲ ਗ੍ਰੈਜੂਏਟ ਡਿਗਰੀ ਹੈ ਤਾਂ ਤੁਸੀਂ ਇਹ ਐਗਜ਼ਾਮ ਦੀ ਅਪਲਾਈ ਕਰ ਸਕਦੇ ਹੋ। ਪਲੱਸ ਇਹਦੀ ਕੰਪਲਸਰੀ ਰਿਕੁਆਇਰਮੈਂਟ ਕੀ ਹੈ ਕਿ ਤੁਹਾਨੂੰ 120 ਘੰਟਿਆਂ ਦਾ ਇੱਕ ਕੰਪਿਊਟਰ ਕੋਰਸ ਕਰਨਾ ਪਏਗਾ ਫਰੋਮ ਅ ਰੈਕਗਨਾਈਜ਼ਡ ਯੂਨੀਵਰਸਿਟੀ। ਇਸ ਦੀ ਥੋੜੀ ਐਕਸੈਪਸ਼ਨਸ ਵੀ ਹਨ। ਫॉर ਐਗਜ਼ਾਮਪਲ ਜੇ ਤੁਸੀਂ BCA ਕੀਤੀ ਹੋਈ ਹੈ ਜਾਂ BTech ਕੀਤੀ ਹੋਈ ਹੈ ਕੰਪਿਊਟਰ ਸਾਇੰਸ ਵਿੱਚ, ਤਾਂ ਇਹ ਚੀਜ਼ ਜਿਹੜੀ ਹੈ ਇਹ ਤੁਹਾਡੇ ਲਈ ਐਗਜ਼ੈਂਪਟਡ ਹੈ, ਤੁਹਾਨੂੰ ਲੋੜ ਨਹੀਂ ਅਲੱਗ ਤੋਂ ਇੱਕ ਹੋਰ ਡਿਪਲੋਮਾ ਜਾਂ ਕੋਈ ਵੀ ਕੋਰਸ ਕਰਨ ਦੀ। ਪਲੱਸ 10th ਵਿੱਚ ਪੰਜਾਬੀ ਕੰਪਲਸਰੀ ਸਬਜੈਕਟ ਤੁਹਾਡੇ ਕੋਲ ਹੋਣਾ ਚਾਹੀਦਾ ਹੈ, ਪਰ ਇਸ ਵਿੱਚ ਵੀ ਡੋਂਟ ਵਰੀ ਜੇ ਤੁਹਾਡੇ ਕੋਲ ਪੰਜਾਬੀ ਨਹੀਂ ਹੈ, ਤੁਸੀਂ ਜਿਹੜਾ ਪੰਜਾਬ ਦਾ ਐਜੂਕੇਸ਼ਨ ਬੋਰਡ ਸਾਲ ਵਿੱਚ 4 ਵਾਰ ਪੇਪਰ ਕਰਾਉਂਦਾ ਹੈ ਪੰਜਾਬੀ ਦਾ, ਜਿਸ ਵਿੱਚ ਤੁਸੀਂ ਸਿਰਫ ਪਾਸਿੰਗ ਮਾਰਕਸ ਲੈ ਕੇ ਆਉਣੇ ਹੁੰਦੇ ਹਨ ਤੇ ਤੁਸੀਂ ਪੰਜਾਬ ਦੀ ਇਹ ਵਾਲੀ ਸਾਰੀ ਐਗਜ਼ਾਮਸ ਲਈ ਐਲੀਜੀਬਲ ਹੋ ਜਾਂਦੇ ਹੋ। ਜੇ ਐਗਜ਼ਾਮ ਦੇ ਪੈਟਰਨ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਤਾਂ ਇਹ ਐਗਜ਼ਾਮ 2.5 ਘੰਟਿਆਂ ਦਾ ਹੋਏਗਾ, ਜਿਸ ਵਿੱਚ 2 ਪਾਰਟਸ ਹੋਣਗੇ ਕਿਉਂਕਿ ਇਹ ਗਰੁੱਪ C ਦੀ ਜੌਬ ਹੈ। ਸੋ ਪਾਰਟ A ਜਿਹੜਾ ਹੈ ਉਹ ਤੁਹਾਡਾ ਇੱਕ ਪੰਜਾਬੀ ਕੁਆਲੀਫਾਈਂਗ ਪੇਪਰ ਹੋਏਗਾ ਜੋ ਕਿ 50 ਮਾਰਕਸ ਦਾ ਹੋਏਗਾ। ਪਾਰਟ A ਦੀ ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੈ। ਬੇਸਿਕ ਪੰਜਾਬੀ ਤੁਹਾਨੂੰ ਪੁੱਛੀ ਜਾਏਗੀ, ਇਸ ਵਿੱਚ ਗੁਰੂਆਂ ਬਾਰੇ ਵੀ ਪੁੱਛਿਆ ਜਾਏਗਾ, ਗ੍ਰਾਮਰ ਬਾਰੇ ਵੀ ਪੁੱਛਿਆ ਜਾਏਗਾ, ਫॉर ਐਗਜ਼ਾਮਪਲ ਮਹੀਨਿਆਂ ਬਾਰੇ, ਵਿਰੋਧੀ ਸ਼ਬਦ, ਬਹੁਵਾਰਤਕ ਸ਼ਬਦ। 50 ਕੁਐਸਚਨਸ ਹੋਣਗੇ, ਹਰ ਇੱਕ ਕੁਐਸਚਨ 1 ਮਾਰਕ ਦਾ ਹੋਏਗਾ ਤੇ ਤੁਸੀਂ ਮਿਨੀਮਮ ਸਿਰਫ 25 ਮਾਰਕਸ ਲੈ ਕੇ ਆਣੇ ਹਨ। ਇਹ ਕੁਆਲੀਫਾਈਂਗ ਹੈ, ਇਸ ਦੇ ਜਿਹੜੇ ਮਾਰਕਸ ਹਨ ਤੁਹਾਡੇ ਮੈਰਿਟ ਵਿੱਚ ਕਾਊਂਟ ਨਹੀਂ ਹੋਣਗੇ। ਹੁਣ ਇੰਪੋਰਟੈਂਟ ਪਾਰਟ ਕੀ ਹੈ ਕਿ ਜੇ ਤੁਹਾਡਾ ਜਿਹੜਾ ਪਾਰਟ A ਹੈ ਇਹ ਕਲੀਅਰ ਨਹੀਂ ਹੋਇਆ, ਜੇ ਤੁਸੀਂ 25 ਮਾਰਕਸ ਨਹੀਂ ਲੈ ਕੇ ਆ ਪਾਏ ਤੇ ਪਾਰਟ B ਜਿਹੜਾ ਤੁਹਾਡਾ ਹੈ ਉਹ ਚੈੱਕ ਨਹੀਂ ਹੋਏਗਾ। ਸੋ ਪਾਰਟ A ਨੇ ਵੀ ਵਧੀਆ ਤਰੀਕੇ ਨਾਲ ਤੁਸੀਂ ਤਿਆਰੀ ਕਰਨੀ ਹੈ। ਜੇ ਪਾਰਟ B ਦੀ ਗੱਲ ਕਰੀਏ ਤਾਂ ਪਾਰਟ B ਵਿੱਚ ਇੱਕ ਤਾਂ ਇਹਦੇ ਜਿਹੜੇ ਸਾਰੇ ਕੁਐਸਚਨਸ ਹਨ, ਇਹਦੇ ਜਿਹੜੇ ਮਾਰਕਸ ਹਨ ਇਹ ਮੈਰਿਟ ਲਈ ਕਾਊਂਟ ਹੋਣਗੇ। 100 ਕੁਐਸਚਨਸ ਪੁੱਛੇ ਜਾਣਗੇ, 1 ਕੁਐਸਚਨ ਕੈਰੀਜ਼ 1 ਮਾਰਕ ਐਂਡ 1/4 ਇਸ ਵਿੱਚ ਨੈਗੇਟਿਵ ਮਾਰਕਿੰਗ ਦੀ ਹੈ। ਐਂਡ ਇਸ ਦਾ ਸਿਲੇਬਸ ਕੀ ਹੈ, ਉਹੀ ਬੇਸਿਕ ਕਿ ਤੁਹਾਨੂੰ ਕਰੰਟ ਅਫੇਅਰਸ ਆਉਣੇ ਚਾਹੀਦੇ ਹਨ, ਬੇਸਿਕ GK ਆਉਣੀ ਚਾਹੀਦੀ ਹੈ ਜਿਸ ਵਿੱਚ ਹਿਸਟਰੀ ਹੈ, एंशिएंट हिस्ट्री हो गई, मिडीवल हिस्ट्री हो गई, मॉडर्न हिस्ट्री हो गई, इन्वायरमेंटल इश्यूज हो गए, पॉलिटी एंड कॉन्स्टिट्यूशन हो गया, इकोनॉमी हो गया,
ਕੋਈ ਇੰਪੋਰਟੈਂਟ ਸਪੋਰਟਸ ਦੇ ਅਵਾਰਡ ਸੀਗੇ ਜਾਂ ਲਿਟਰਰੀ ਅਵਾਰਡਸ ਸੀਗੇ, ਉਹ ਹੋ ਗਏ। ਸੋ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਬਾਰੇ ਥੋੜਾ ਬੇਸਿਕ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ, ਸਪੈਸ਼ਲੀ ਕਰੰਟ ਅਫੇਅਰਸ ਵੀ। ਪਲੱਸ ਇਸ ਵਿੱਚ ਕੁਆਂਟ ਅਤੇ ਰੀਜ਼ਨਿੰਗ ਵੀ ਪੁੱਛੀ ਜਾਏਗੀ, ਜੋ ਕਿ ਮੈਥ ਹੋ ਗਿਆ, ਐਂਡ ਕੰਪਿਊਟਰ ਦੇ ਵੀ ਕੁਐਸਚਨ ਇਸ ਵਿੱਚ ਇਨਕਲੂਡਡ ਹਨ। ਸੋ ਇਹ ਟੋਟਲ 100 ਕੁਐਸਚਨਸ ਦਾ ਪਾਰਟ B ਹੋਏਗਾ। ਇਨ ਟੋਟਲ ਇਸ ਐਗਜ਼ਾਮ ਵਿੱਚ 150 ਕੁਐਸਚਨਸ ਹੋਣਗੇ। 50 ਜਿਹੜੇ ਹਨ ਉਹ ਪਾਰਟ A ਵਿੱਚ ਹਨ ਅਤੇ ਪਾਰਟ B ਵਿੱਚ 100 ਕੁਐਸਚਨਸ। ਜੇ ਇਸ ਦੀ ਐਵਰੇਜ ਪੇ ਦੀ ਗੱਲ ਕੀਤੀ ਜਾਏ ਤਾਂ ਜਿਹੜਾ ETI ਦੀ 2022 ਦੀ ਨੋਟੀਫਿਕੇਸ਼ਨ ਆਈ ਸੀ, ਅਕੋਰਡਿੰਗ ਟੂ ਦੈਟ ਦ ਸਟਾਰਟਿੰਗ ਪੇ ਵਿਲ ਬੀ 35,000 ਐਂਡ ਇਸ ਵਿੱਚ ਅੱਗੇ ਜਾ ਕੇ ਤੁਸੀਂ ਜਦੋਂ ਇਸ ਡਿਪਾਰਟਮੈਂਟ ਵਿੱਚ ਚਲੇ ਜਾਓਗੇ, in a few years, in the coming years, ਤੁਹਾਡੀ ਪ੍ਰਮੋਸ਼ਨ ਐਕਸਾਈਜ਼ ਟੈਕਸੇਸ਼ਨ ਆਫਿਸਰ ਵਿੱਚ ਹੋ ਜਾਏਗੀ। ਇਹ ਸੀ ਐਕਸਾਈਜ਼ ਟੈਕਸੇਸ਼ਨ ਇੰਸਪੈਕਟਰ ਬਾਰੇ ਪੂਰੀ ਜਾਣਕਾਰੀ। ਪੰਜਾਬ ਦੀ ਹੋਰ ਨੌਕਰੀਆਂ ਬਾਰੇ ਜਾਣਨ ਲਈ ਸਾਡੇ ਨਾਲ ਜੁੜੇ ਰਹੋ। ਧੰਨਵਾਦ।